ਗੱਲਾਂ ਗੱਲਾਂ ਵਿੱਚ ਔਰਤ ਨੂੰ ਬੇਸ਼ੱਕ ਦਰਜਾ ਦੇ ਹੀ ਦਿੱਤਾ ਜਾਂਦਾ ਹੈ, ਪਰੰਤੂ ਔਰਤ ਦੀ ਅਸਲ ਜ਼ਿੰਦਗੀ ਜਾਂ ਸਮਾਜ ਦੁਆਰਾ ਔਰਤ ਨਾਲ ਕੀਤੇ ਜਾਂਦੇ ਖਿਲਵਾੜਾਂ ਨੂੰ ਦਰਸਾਉਂਦਾ ਇੱਕ ਨਾਟਕ ਚਨਾਹ ਦੇ ਪਾਣੀ। ਪ੍ਰੋਫੈਸਰ ਅਜਮੇਰ ਸਿੰਘ ਔਲਖ ਜੀਆਂ ਦੀ ਰਚਨਾ ਚਨਾਹ ਦੇ ਪਾਣੀ। ਭੰਤੀ ਇੱਕ ਜੱਟ ਸੀ, ਗਰੀਬੀ ਤੇ ਵੈਲਾਂ ਕਾਰਨ ਆਪਣੀ ਜ਼ਮੀਨ ਜਾਇਦਾਦ ਵੇਚ ਚੁੱਕਾ ਸੀ। ਉਸਨੇ ਭੈਣ ਦੇ ਵਿਆਹ ਉੱਤੇ ਪਿੰਡ ਦੇ ਵਿਸਵੇਦਾਰ ਜੱਗੇ ਜੁਗਤੀ ਤੋਂ ਕਰਜ਼ਾ ਲਿਆ ਹੋਇਆ ਸੀ। ਉਸ ਦੀਆਂ 40 ਭੇਡਾਂ ਅਧਿਆਰੇ ਤੇ ਵੀ ਲਈਆਂ ਹੋਈਆਂ ਸੀ। ਹੁਣ ਉਹ ਝੌਂਪੜੀ ਵਿੱਚ ਰਹਿਣ ਵਾਲਾ ਭੰਤੀ ਭੇਡਾਂ ਵਾਲਾ ਕਹਾਉਂਦਾ ਸੀ। ਉਹ ਆਪਣੇ ਅੰਦਰਲੀ ਤੀਵੀਂ ਦੀ ਭੁੱਖ ਮਿਟਾਉਣ, ਆਪਣਾ ਘਰ ਵਸਾਉਣ ਲਈ ਬਿਹਾਰ ਤੋਂ ਗੰਗਾ ਨਾਂ ਦੀ ਇੱਕ ਸੁੰਦਰ ਮੁਟਿਆਰ ਨੂੰ ਮੁੱਲ ਖਰੀਦ ਲਿਆਇਆ। ਇਸ ਲਈ ਰਕਮ ਵੀ ਉਸਨੇ ਕਰਜ਼ਾ ਚੁੱਕ ਕੇ ਹੀ ਪੂਰੀ ਕੀਤੀ ਸੀ। 18 ਸਾਲਾਂ ਦੀ ਗੰਗਾ ਨੂੰ ਘਰ ਲਿਆ ਕੇ ਕਾਵਕ ਰੁਚੀਆਂ ਵਾਲਾ 40 ਸਾਲਾ ਭੰਤੀ ਬਹੁਤ ਖੁਸ਼ ਸੀ। ਉਸ ਦੀ ਸੁੰਦਰਤਾ ਤੇ ਮੋਹਿਤ ਹੋਇਆ ਤੇ ਉਸ ਲਈ ਬੜੇ ਪਿਆਰ ਦੇ ਭਾਵ ਪ੍ਰਗਟ ਕਰਦਾ ਰਹਿੰਦਾ ਕਿ ਉਹ ਆਪਣੇ ਦੇਸ਼ ਨੂੰ ਭੁੱਲ ਕੇ ਹੁਣ ਇੱਥੇ ਹੀ ਆਪਣਾ ਦਿਲ ਲਾਵੇ, ਪੰਜਾਬੀ ਜੀਵਨ ਢੰਗ ਨੂੰ ਅਪਣਾ ਲਵੇ। ਉਹ ਉਸ ਨੂੰ ਕਹਿੰਦਾ ਕਿ ਉਹ ਉਸ ਨੂੰ ਬਹੁਤ ਸੁਖੀ ਰੱਖੇਗਾ ਤੇ ਉਹ ਉਸ ਨੂੰ ਆਪਣੀ ਮਾਂ ਦੁਆਰਾ ਆਪਣੀ ਨੂੰਹ ਲਈ ਰੀਝਾਂ ਨਾਲ ਤਿਆਰ ਕੀਤਾ ਸੂਟ ਦੇ ਕੇ ਉਸ ਨੂੰ ਬਿਹਾਰੀ ਬਾਣਾ ਲਾ ਕੇ ਕੁੜਤੀ ਗਰਾਰਾ ਪਾਉਣ ਦੇ ਲਈ ਦਿੰਦਾ ਹੈ। ਜਦੋਂ ਕੱਪੜੇ ਪਾਉਣ ਅੰਦਰ ਚਲੀ ਜਾਂਦੀ ਹੈ ਤਾਂ 3 ਮੁੰਡੇ, ਜਿਨ੍ਹਾਂ ਨੂੰ ਪਤਾ ਲੱਗਦਾ ਹੈ ਕਿ ਭੰਤੀ ਤੀਵੀਂ ਲੈ ਕੇ ਆਇਆ ਹੈ, ਤਾਂ ਉਹ ਉਸ ਨੂੰ ਦੇਖਣ ਲਈ ਆਉਂਦੇ ਆ ਤੇ ਭੰਤੀ ਉਹਨਾਂ ਨੂੰ ਦੌੜਾ ਦੇਣਾ ਚਾਹੁੰਦਾ ਹੈ, ਪਰੰਤੂ ਇੱਕ ਜਣਾ ਸੁਭਾਤ ਵਿੱਚ ਗੰਗਾ ਨੂੰ ਦੇਖ ਕੇ ਰੌਲਾ ਪਾਉਂਦਾ ਚਲਾ ਜਾਂਦਾ ਹੈ। ਉਹ ਉਸ ਨੂੰ ਉਹ ਦੇਖ ਲਈ ਭੰਤੀ ਉਹਨਾਂ ਨੂੰ ਭਜਾ ਦਿੰਦਾ ਹੈ। ਖੁਸ਼ ਮਜਾਜ ਤਾਂ ਨਹੀਂ ਗੰਗਾ, ਪਰੰਤੂ ਆਪਣੀ ਜ਼ਿੰਦਗੀ ਦੇ ਨਾਲ ਇੱਕ ਸਮਝੌਤਾ ਜਿਹੜਾ ਕਰ ਰਹੀ ਹੈ, ਜੀਵਨ ਜਿਉ ਰਹੀ ਹੈ। ਇਹ ਉਹਦਾ ਪਹਿਲਾ ਪੜਾਅ ਹੈ। ਇੰਨੇ ਨੂੰ ਜੱਗੇ ਜੁਗਤੀ ਦੀ ਪਤਨੀ ਬਲਵੀਰੋ, ਜਿਨ੍ਹਾਂ ਦਾ ਕਰਜ਼ਾ ਉਸ ਦੇ ਸਿਰ ਤੇ ਹੈ, ਜੱਗਾ ਜੁਗਤੀ, ਉਹਦੀ ਪਤਨੀ ਬਲਵੀਰੋ ਆਉਂਦੀ ਹੈ ਤੇ ਉਹ ਭੰਤੀ ਦੀ ਪਤਨੀ ਨੂੰ ਦੇਖ ਕੇ ਉਹਦੀ ਸੁੰਦਰਤਾ ਦੀ ਤਾਰੀਫ ਕਰਦੀ ਹੋਈ ਉਸ ਦੀ ਕਵਿਸ਼ਰੀ ਨੂੰ ਲੈ ਕੇ ਕਹਿੰਦੀ ਹੈ ਕਿ ਇਸ ਨਾਲ ਉਸਦੇ ਮਕਾਨ ਨਹੀਂ ਉਸਰਨਗੇ। ਉਹ ਹੋਰ ਕਹਿੰਦੀ ਹੈ ਕਿ ਉਹ ਕਰਜ਼ਈ ਹੋਇਆ ਕਵਿਸ਼ਰੀ ਦੇ ਭੁਲੇਖੇ ਪਤਨੀ ਨੂੰ ਭੁੱਖੀ ਨਾ ਮਾਰ ਦੇਵੇ। ਇਹ ਗੱਲਾਂ ਕਰਨ ਦਾ ਮਕਸਦ ਇੱਕੋ ਇੱਕ ਬਲਵੀਰੋ ਦਾ ਕਿ ਉਸ ਦਾ ਸਿਧੜਾ ਪੁੱਤਰ ਦਰਸ਼ਨ ਦੇ ਨਾਲ ਇਹ ਮੁੱਲ ਦੀ ਜੋ ਤੀਵੀਂ ਹੈ ਗੰਗਾ, ਉਹਨੂੰ ਉਹਦਾ ਵਿਵਾਹ ਆਪਣੇ ਮੁੰਡੇ ਨਾਲ ਕਰਵਾ ਦੇਵੇ। ਉਹ ਕਹਿੰਦੀ ਹੈ ਕਿ ਉਹ ਜ਼ਮੀਨ ਜਾਇਦਾਦ ਵੇਚ ਵੱਟ ਚੁੱਕਾ ਹੈ, ਇਸ ਕਰਕੇ ਉਹ ਜੱਟ ਨਹੀਂ ਸਗੋਂ ਉਹ ਭੇਡਾਂ ਚਾਰਨ ਵਾਲਾ ਹੈ। ਭੰਤੀ ਕਹਿੰਦਾ ਹੈ ਕਿ ਧੰਦਾ ਬਦਲਣ ਨਾਲ ਜਾਤ ਬਰਾਦਰੀ ਨਹੀਂ ਬਦਲਦੀ। ਤਾਂ ਕਹਿੰਦੀ ਹੈ ਕਿ ਇਹ ਤਾਂ ਠੀਕ ਹੈ, ਪਰ ਉਹ ਜਿਹੜੀ ਆਪਣੇ ਚੁੱਲ੍ਹੇ ਮੁੱਢ ਲਿਆ ਕੇ ਬਿਠਾਈ ਆ, ਅੱਗੋਂ ਹੋਣ ਵਾਲੇ ਉਸਦੇ ਨਿਆਣਿਆਂ ਨੂੰ ਕੀ ਖਵਾਏਗਾ।
ਫਿਰ ਉਹ ਉਸ ਨੂੰ ਕਹਿੰਦੀ ਆ ਕਿ ਉਹ ਗੁਰੂ ਗ੍ਰੰਥ ਸਾਹਿਬ ਤੋਂ ਕਢਾ ਕੇ ਉਸ ਦਾ ਨਾਮ ਆਪਣੇ ਭਾਈਚਾਰੇ ਵਾਲਾ ਰੱਖੇ। ਇੰਨੇ ਨੂੰ ਹੀ ਉਸ ਦਾ ਸਿੱਧੜ ਪੁੱਤਰ ਦਰਸ਼ਨ ਵੀ ਉੱਥੇ ਆ ਜਾਂਦਾ ਹੈ, ਜਿਸ ਨੂੰ ਕੋਈ ਆਪਣੀ ਧੀ ਨਹੀਂ ਸੀ ਦਿੰਦਾ, ਕਿਉਂਕਿ ਪੈਸੇ ਦਾ ਜ਼ਿਆਦਾ ਹੋਣਾ ਹੀ ਸਭ ਕੁਝ ਨਹੀਂ ਹੁੰਦਾ। ਤਾਂ ਦਰਸ਼ਨ ਇੱਕ ਸਿੱਧੜ, ਜਿਵੇਂ ਪੰਜਾਬੀ ਦੇ ਵਿੱਚ ਸ਼ਬਦ ਵਰਤ ਲਿਆ ਜਾਂਦਾ ਕਿ ਇਹ ਤਾਂ ਬੰਦਾ ਮਸਤ ਹੈ, ਇਹ ਤਾਂ ਮਸਤ ਮਲੰਗ ਹੈ, ਦਾ ਭੋਲਾ ਭਾਲਾ ਹੈ। ਤਾਂ ਦਰਸ਼ਨ ਉਸੇ ਤਰ੍ਹਾਂ ਹੀ ਸੀ। ਤਾਂ ਗੱਲਾਂ ਗੱਲਾਂ 'ਚ ਉਹ ਜ਼ਾਹਰ ਕਰਦੀ ਹੈ, ਉਹ ਚਾਹੁੰਦੀ ਹੈ ਕਿ ਕਿਸੇ ਤਰ੍ਹਾਂ ਗੰਗਾ ਉਸਦੇ ਪੁੱਤਰ ਦਰਸ਼ਨ ਦੀ ਬਹੂ ਬਣ ਜਾਵੇ। ਸਮਝਦੀ ਹੈ ਕਿ ਇਹ ਸੰਭਵ ਨਹੀਂ ਆ, ਕਿਉਂਕਿ ਭੰਤੀ ਉਹਨਾਂ ਦੀ ਲੱਤ ਹੇਠ ਆ। ਤੇ ਉਹ ਘਰ ਜਾ ਕੇ ਆਪਣੇ ਪਤੀ ਜੱਗੇ ਜੁਗਤੀ ਨਾਲ ਇਹ ਗੱਲ ਦਾ ਪ੍ਰੋਗਰਾਮ ਬਣਾਉਂਦੀ ਆ ਕਿ ਦਰਸ਼ਨ ਤਾਂ ਗੰਗਾ ਨੂੰ ਦੇਖ ਕੇ ਲੱਟੂ ਹੋ ਗਿਆ। ਤਾਂ ਜੱਗਾ ਜੁਗਤੀ ਸਵਾਲ ਕਰਦਾ ਕਿ ਬੇਸ਼ੱਕ ਹੀ ਲੱਟੂ ਹੋ ਗਿਆ ਹੋਵੇ, ਪਰੰਤੂ ਆਪਾਂ ਕਰ ਕੀ ਸਕਦੇ ਹਾਂ? ਪਤਨੀ ਕਿਸੇ ਦੀ ਹੈ, ਕਿਸੇ ਦੇ ਘਰ ਰਹਿੰਦੀ ਹੈ। ਕਹਿੰਦੀ ਤੂੰ ਸਮਝਿਆ ਨਹੀਂ, ਤੈਨੂੰ ਇਹ ਸਮਝਾਉਂਦੀ ਹਾਂ, ਆਪਾਂ ਭੰਤੀ ਤੋਂ ਲੈਣਾ ਕਰਜ਼ਾ, ਪਰ ਭੰਤੀ ਆਪਾਂ ਨੂੰ ਇਹ ਵੀ ਪਤਾ ਕਿ ਭੰਤੀ ਕਰਜ਼ਾ ਨਹੀਂ ਦੇ ਸਕਦਾ। ਤਾਂ ਆਪਾਂ ਉਹ ਤੇ ਇਸ ਚੀਜ਼ ਦਾ ਦਬਾਅ ਬਣਾਉਣੇ ਆ ਕਿ ਸਾਨੂੰ ਜਾਂ ਤਾਂ ਪੈਸੇ ਦੇ, ਪੈਸੇ ਦੇ, ਨਹੀਂ ਪੈਸੇ ਦੇਣੇ ਤਾਂ ਗੰਗਾ ਨੂੰ ਸਾਡੇ ਹਵਾਲੇ ਕਰ ਦੇ। ਗੱਲ ਕਹਿਣ ਦੇ ਵਿੱਚ ਬੇਸ਼ੱਕ ਬੜੀ ਜਲਦ ਕਹੀ ਗਈ, ਪਰੰਤੂ ਸਾਡੇ ਸਮਾਜ ਦੇ ਲਈ, ਉਸ ਔਰਤ ਦੀ ਜ਼ਿੰਦਗੀ ਦੇ ਲਈ ਇੱਕ ਬਹੁਤ ਵੱਡਾ ਤੇ ਗਲਤ ਫੈਸਲਾ ਸੀ। ਤਾਂ ਗੰਗਾ ਦੀ ਖੂਬਸੂਰਤੀ ਦੇ ਚਰਚੇ ਵੀ ਜਿਹੜੇ ਹੈ ਸਾਰੇ ਪਿੰਡ ਦੇ ਵਿੱਚ ਹੋ ਗਏ, ਪਰ ਬਲਵੀਰੋ ਇਸ ਗੱਲ ਤੇ ਪੱਕੀ ਹੋ ਗਈ ਕਿ ਕਿਵੇਂ ਨਾ ਕਿਵੇਂ ਕਰਕੇ ਮੈਂ ਗੰਗਾ ਨੂੰ ਆਪਣੇ ਘਰ ਦਾ ਸ਼ਿੰਗਾਰ ਬਣਾਉਂਗੀ। ਮੇਰੇ ਪੁੱਤਰ ਦਾ ਵਿਆਹ ਦਰਸ਼ਨ, ਜੋ ਕਿ ਸਿੱਧੜਾ ਸਾਦਾ ਹੈ, ਉਹਦਾ ਵਿਆਹ ਇਹਦੇ ਨਾਲ ਕਰੂੰਗੀ। ਤਾਂ ਉਹ ਰੋਜ਼ਾਨਾ ਦੀ ਤਰ੍ਹਾਂ ਉਹਨੂੰ ਮਿਲਦੀ ਰਹਿੰਦੀ, ਔਰ ਉਹ ਨਕਾਰਾਤਮਕ ਪੱਖ ਭੰਤੀ ਦੇ ਗੰਗਾ ਕੋਲ ਰੱਖਦੀ ਰਹਿੰਦੀ। ਭੰਤੀ ਦੇ ਲਈ ਬੜੇ ਭੈੜੇ ਸ਼ਬਦ ਵਰਤਦੀ, ਕਦੇ ਉਹਨੂੰ ਅਮਲੀ ਕਹਿੰਦੀ, ਕਦੇ ਲੰਗੜਦੀਨ ਕਹਿੰਦੀ, ਕਦੇ ਮਤਲਬ ਖੋਰ ਕਹਿੰਦੀ, ਤਲੰਗਾ ਕਹਿੰਦੀ, ਭੰਤੀ ਭੇਡਾਂ ਵਾਲਾ ਕਹਿੰਦੀ, ਕਰਜਈ ਕਹਿੰਦੀ। ਇਸ ਤਰ੍ਹਾਂ ਦੇ ਸ਼ਬਦ ਵਰਤਣ ਦਾ ਇੱਕੋ ਇੱਕ ਉਹਦਾ ਕਾਰਨ ਸੀ ਕਿ ਕਿਵੇਂ ਨਾ ਕਿਵੇਂ ਕਰਕੇ ਗੰਗਾ ਦਾ ਪਿਆਰ ਮੈਂ ਭੰਤੀ ਨਾਲੋਂ ਤੋੜ ਦਿਆਂ। ਆਪਣੇ ਪੈਸੇ ਦਾ ਹੰਕਾਰ ਹੋਣਾ, ਆਪਣੀ ਜ਼ਮੀਨ ਜਾਇਦਾਦ ਬਾਰੇ ਉਹਨੂੰ ਚਾਨਣਾ ਪਾਉਣਾ, ਆਪਣੇ ਪੁੱਤਰ ਦੇ ਬਾਰੇ ਉਹਨੂੰ ਚਾਨਣਾ ਪਾਉਣਾ, ਆਪਣੇ ਪੁੱਤਰ ਦੀਆਂ ਚੰਗੀਆਂ ਚੰਗੀਆਂ ਗੱਲਾਂ ਉਹਨੂੰ ਦੱਸ ਦੇਣੀਆਂ, ਤਾਂ ਕਿ ਭੰਤੀ ਨਾਲੋਂ ਖਿਆਲ ਹਟ ਕੇ ਗੰਗਾ ਸਾਡੇ ਘਰ ਦਾ ਸ਼ਿੰਗਾਰ ਬਣੇ। ਤਾਂ ਕਰਜ਼ੇ ਦੀ ਜੋ ਵਿਉਂ ਬੁਣੀ ਸੀ, ਉਹ ਫੈਸਲਾ ਭੰਤੀ ਨੂੰ ਸੁਣਾਇਆ ਗਿਆ, ਔਰ ਇੱਕ ਤਾਰੀਖ ਰੱਖ ਦਿੱਤੀ ਗਈ ਕਿ ਇੰਨੀ ਤਰੀਕ ਨੂੰ ਸਾਡੇ ਪੈਸੇ ਹੈ ਜਿਹੜੇ ਤੂੰ ਵਾਪਸ ਕਰ ਦੇ, ਨਹੀਂ ਫਿਰ ਵਿਆਹ ਦਾ ਸੌਦਾ ਕਰ ਲੈ। ਤਾਂ ਭੰਤੀ ਕਹਿਣ ਲੱਗਿਆ ਕਿ ਨਹੀਂ, ਵਿਵਾਹ ਵਾਲੀ ਸ਼ਰਤ ਮੈਨੂੰ ਬਿਲਕੁਲ ਵੀ ਮਨਜ਼ੂਰ ਨਹੀਂ, ਪਰੰਤੂ ਆ ਹੁਣ ਮੈਂ ਸਾਉਣ ਭਾਦੋਂ ਵਿੱਚ ਭੇਡਾਂ ਦੀ ਉੱਨ ਉਤਾਰ ਕੇ ਤੁਹਾਡੇ ਪੈਸੇ ਵਾਪਸ ਕਰ ਦਿਆਂਗਾ। ਪਰੰਤੂ ਜੱਗਾ ਜੁਗਤੀ ਕਹਿੰਦਾ ਕਿ ਤੇਰੇ ਪੱਲੇ ਕੇਵਲ 20 ਭੇਡਾਂ ਦੀ ਉੱਨ ਪੈਂਦੀ ਹੈ, ਤੇ ਤੂੰ ਪੈਸੇ ਸਾਡੇ ਕਿਸ ਤਰ੍ਹਾਂ ਵਾਪਸ ਕਰੇਗਾ?
ਇਹ ਸੁਣ ਕੇ ਭੰਤੀ ਘਬਰਾ ਜ਼ਰੂਰ ਗਿਆ, ਪਰੰਤੂ ਕਹਿੰਦਾ ਕਿ ਨਹੀਂ, ਮੈਂ ਸੌਣ ਭਾਦੋ ਤੱਕ ਤੁਸੀਂ ਰੁਕੋ, ਮੈਂ ਆਪਣੇ ਆਪ ਤੁਹਾਡੇ ਪੈਸਿਆਂ ਦਾ ਹੱਲ ਕਰ ਦਾਂਗਾ। ਉਸਨੇ ਨਾਲ ਹੀ ਇਹ ਵੀ ਕਿਹਾ ਕਿ ਜੇਕਰ ਉਹਦੇ ਪੈਸੇ ਨਾ ਮੋੜ ਸਕਿਆ ਤਾਂ ਉਹ ਜਿਸ ਤਰ੍ਹਾਂ ਉਸ ਦਾ ਜੀ ਕਰੇ ਉਵੇਂ ਹੀ ਕਰ ਲਵੇ। ਤਾਂ ਭੰਤੀ ਨੇ ਇੱਥੇ ਇੱਕ ਤਰ੍ਹਾਂ ਦੀ ਜ਼ੁਬਾਨ ਜਿਹੜੀ ਹੈ ਉਹ ਦੇ ਦਿੱਤੀ। ਹੁਣ ਕਰਨਾ ਕੀ ਸੀ? ਪੈਸੇ ਉਹ ਤੋਂ ਮੁੜਨੇ ਨਹੀਂ ਸੀ। ਉਹ ਜਿਹੜੀ ਉਹਨਾਂ ਦੀ ਵਿਉਂਤ ਸਿਰਜੀ ਹੋਈ ਸੀ, ਗੰਗਾ ਦਾ ਦਰਸ਼ਨ ਦੇ ਨਾਲ ਵਿਵਾਹ ਕਰਾਉਣਾ, ਆਪਣੇ ਘਰ ਦਾ ਸ਼ਿੰਗਾਰ ਬਣਵਾਉਣਾ, ਬਲਵੀਰੋ ਦੀ ਸ਼ੈਤਾਨੀ, ਔਰਤ ਦੀ ਦੁਸ਼ਮਣ, ਇੱਥੇ ਬਿਲਕੁਲ ਲਾਈਨ ਉਹ ਟੁਕਦੀ ਹੈ। ਤਾਂ ਉਹ ਦਿੱਤਾ ਹੋਇਆ ਦਿਨ ਆ ਗਿਆ। ਹੁਣ ਪੈਸੇ ਦਿੱਤੇ ਨਹੀਂ ਗਏ, ਉਹ ਤਾਂ ਪਹਿਲਾਂ ਹੀ ਗੱਲ ਸਪਸ਼ਟ ਸੀ। ਤਾਂ ਉਹਨੇ ਕਿਹਾ ਵੀ ਜਿਵੇਂ ਉਸ ਦਾ ਜੀ ਕਰਦਾ ਕਰ ਲਵੇ। ਤਾਂ ਭੰਤੀ ਨੇ ਇਹ ਕਹਿਣ ਤੇ ਤਾਂ ਜੱਗੇ ਜੁਗਤੇ ਦੀ ਤਸੱਲੀ ਹੋ ਗਈ। ਗੰਗਾ ਦਾ ਨਾਂ ਹੁਣ ਹਰਵੰਸ ਕੌਰ ਹੋ ਚੁੱਕਾ ਸੀ। ਉਹ ਗੁਰਦੁਆਰੇ ਜਾਂਦੀ ਹੈ ਤੇ ਉਹ ਗਰਭਵਤੀ ਹੈ। ਭੰਤੀ ਦੇ ਪੁੱਛਣ ਤੇ ਉਹ ਦੱਸਦੀ ਹੈ ਕਿ ਉਸਨੇ ਗੁਰਦੁਆਰੇ ਜਾ ਕੇ ਬਾਲਕ ਜਾਂ ਬਾਲਕਾ ਨਹੀਂ ਮੰਗੇ, ਸਗੋਂ ਆਪਣੇ ਲਈ ਇੱਕ ਪੱਕਾ ਟਿਕਾਣਾ ਮੰਗਿਆ ਸੀ, ਕਿਉਂਕਿ ਉਹ ਹੁਣ ਇੱਥੋਂ ਕਿਤੇ ਹੋਰ ਨਹੀਂ ਜਾਣਾ ਚਾਹੁੰਦੀ। ਭੰਤੀ ਨੇ ਵੀ ਉਸ ਨੂੰ ਵਿਸ਼ਵਾਸ ਦਿਵਾਇਆ ਕਿ ਉਹ ਹੁਣ ਇੱਥੇ ਹੀ ਰਹੇਗੀ, ਨਹੀਂ ਕਿਤੇ ਜਾਵੇਗੀ। ਭੰਤੀ ਜਦੋਂ ਘੜਾ ਚੁੱਕ ਕੇ ਪਾਣੀ ਲੈਣ ਜਾਂਦੀ ਹੈ ਤਾਂ ਉਸ ਦੇ ਪਿੱਛੋਂ ਬਲਵੀਰੋ ਆ ਕੇ ਗੰਗਾ ਉਸ ਨੂੰ ਕਹਿੰਦੀ ਹੈ ਕਿ ਸਾਰੇ ਪਿੰਡ 'ਚ ਰੌਲਾ ਪੈ ਗਿਆ ਕਿ ਭੰਤੀ ਉਸ ਨੂੰ ਅਗਾਂਹ ਨਰੰਗੇ ਨੌਂਦੜ ਕੋਲ ਵੇਚਣ ਦੀ ਤਿਆਰੀ ਕਰ ਰਿਹਾ, ਜਿਹੜਾ ਕਿ ਤੀਵੀਆਂ ਨੂੰ ਵੇਚਣ ਦਾ ਕੰਮ ਕਰਦਾ ਹੈ। ਪੂਰੀ ਪਲੈਨਿੰਗ ਤਾਂ ਉਹ ਪਹਿਲਾਂ ਹੀ ਸਿਰਜ ਰਹੀ ਸੀ ਕਿ ਕਿਵੇਂ ਨਾ ਕਿਵੇਂ ਕਰਕੇ ਗੰਗਾ ਦੇ ਦਿਲ ਦੇ ਵਿੱਚੋਂ ਭੰਤੀ ਨਿਕਲ ਜਾਵੇ। ਇੱਕ ਹੋਰ ਉਹਨੇ ਜਿਹੜੀ ਵਿਉਂਤ ਸਿਰਜੀ ਕਿ ਸ਼ਾਇਦ ਇਹ ਗੱਲ ਮੇਰੀ ਖਰੀ ਉਤਰੇ। ਤਾਂ ਉਸ ਨੂੰ ਗੰਗਾ ਨੂੰ ਦੱਸਦੀ ਹੈ ਕਿ ਉਹ ਥਾਂ ਥਾਂ ਦਾ ਕਰਜ਼ਾਈ ਆ। 5000 ਉਹਨੇ ਬੰਤੇ ਬਾਣੀਏ ਦਾ ਦੇਣਾ, 8-7 ਹਜ਼ਾਰ ਉਹਨੇ ਹੋਰ ਕਿਸੇ ਦਾ ਦੇਣਾ ਤੇ ਸਾਡਾ ਦੇਣਾ। ਭਾਦੋ ਦਾ ਇਕਰਾਰ ਹੈ, ਅੱਸੂ ਚੜ ਗਿਆ, ਪੈਸੇ ਨਹੀਂ ਦਿੱਤੇ। ਤਾਂ ਉਸਨੇ ਤਾਂ ਆਪਣੇ ਪਤੀ ਨੂੰ ਉਸ ਦੇ ਮੂੰਹ ਕਰਕੇ ਰੋਕਿਆ ਹੋਇਆ। ਤਾਂ ਗੰਗਾ ਕਹਿੰਦੀ ਹੈ ਕਿ ਉਸ ਨੂੰ ਕਿਉਂ ਬਲੀ ਦਾ ਬੱਕਰਾ ਬਣਾਇਆ ਜਾ ਰਿਹਾ। ਤਾਂ ਬਲਬੀਰੋ ਕਹਿੰਦੀ ਹੈ ਕਿ ਉਹ ਅਬਲਾ ਹੈ, ਬੇਸਹਾਰਾ ਤੇ ਮੰਡੀ ਵਿੱਚ ਵਿਕਣ ਵਾਲਾ ਮਾਲ ਹੈ, ਪਰ ਉਹ ਉਸ ਨੂੰ ਇਸ ਤਰ੍ਹਾਂ ਥਾਂ ਥਾਂ ਨਹੀਂ ਵਿਕਣ ਦੇਵੇਗੀ, ਸਗੋਂ ਉਸ ਨੂੰ ਆਪਣੇ ਘਰ ਵਿੱਚ ਨੂੰਹ ਬਣਾ ਕੇ ਰੱਖੇਗੀ। ਇਸ ਨਾਲ ਭੰਤੀ ਦਾ ਕਰਜ਼ਾ ਵੀ ਮੁਕਤ ਹੋ ਜਾਏਗਾ ਤੇ ਨਾਲ ਹੋਰ ਪੈਸੇ ਵੀ ਅਸੀਂ ਦੋ ਦੇ ਦੇਵਾਂਗੇ। ਤਾਂ ਜਿਹੜੀ ਗੱਲ ਦੀ ਪਲੈਨਿੰਗ ਚੱਲੀ ਸੀ ਉਹ ਗੱਲ ਉਹਨਾਂ ਨੇ ਪੂਰੀ ਕਰ ਦਿੱਤੀ। ਹੁਣ ਇੰਨੇ ਨੂੰ ਭੰਤੀ ਨੂੰ ਖਬਰ ਮਿਲਦੀ ਹੈ ਕਿ ਉਸ ਦੀਆਂ 15 ਭੇਡਾਂ ਚੋਰੀ ਹੋ ਗਈਆਂ, ਜਿਸ ਨਾਲ ਉਸ ਦੇ ਕਰਜ਼ੇ ਦਾ ਸੰਕਟ ਹੋਰ ਡੂੰਘਾ ਹੋ ਗਿਆ। ਹੁਣ ਬਲਵੀਰੋ ਤੇ ਜੱਗੇ ਜੁਗਤੀ ਆ ਕੇ ਭੰਤੀ ਨਾਲ ਵੈਸਦੇ ਆ। ਉਸ ਨੂੰ ਨਰੰਗੇ ਨਾਲ ਕੀਤਾ ਇਕਰਾਰ ਯਾਦ ਹੈ, ਪਰ ਮਾਘ ਚੜ੍ਹ ਪੈਣ ਤੱਕ ਵੀ ਉਹਨਾਂ ਦਾ ਕਰਜ਼ਾ ਵਾਪਸ ਕਰਨ ਦਾ ਖਿਆਲ ਨਹੀਂ ਆਇਆ। ਤਾਂ ਭੰਤੀ ਕਹਿੰਦਾ ਕਿ ਉਹ ਅੱਗੇ ਤੀਵੀਂ ਵੇਚਣ ਤੋਂ ਇਲਾਵਾ ਉਹਦੇ ਕੋਲ ਕੋਈ ਹੋਰ ਰਾਹ ਨਹੀਂ, ਕਿਉਂਕਿ ਉਹਨਾਂ ਦੁਆਰਾ ਲਏ ਭੈਣ ਦੇ ਵਿਆਹ ਦੇ ਕਰਜ਼ੇ ਤੇ ਤੀਵੀਂ ਲਿਆਉਣ ਦੇ ਕਰਜ਼ੇ, ਫਿਰ ਜਨੇਪੇ ਦੇ ਕਰਜ਼ੇ, ਮਗਰੋਂ ਭੇਡਾਂ ਦੀ ਚੋਰੀ ਹੋਣ ਨਾਲ ਉਹਨਾਂ ਦੀ ਹਾਲਤ ਬਹੁਤ ਖਰਾਬ ਹੋ ਗਈ ਆ। ਤਾਂ ਕਹਿੰਦਾ ਕਿ ਦੁਨੀਆ ਨੇ ਉਸ ਨੂੰ ਤੀਵੀਂ ਰੱਖਣ ਜੋਗਾ ਵੀ ਨਹੀਂ ਛੱਡਿਆ। ਪਰਸੋਂ ਨੂੰ ਨਰੰਗਾ ਆਵੇਗਾ ਤੇ ਉਹ ਗੰਗਾ ਨੂੰ ਲੈ ਜਾਵੇਗਾ, ਉਹਨਾਂ ਦੀ ਰਕਮ ਉਹਨਾਂ ਨੂੰ ਮਿਲ ਜਾਵੇਗੀ। ਤਾਂ ਜੱਗਾ ਜੁਗਤੀ ਤੇ ਬਲਵੀਰੋ ਕਹਿੰਦੇ ਆ ਕਿ ਉਹ ਗੰਗਾ ਨੂੰ ਮਾਣ ਇੱਜ਼ਤ ਨਾਲ ਘਰ ਲੈ ਜਾਣਾ ਚਾਹੁੰਦੇ ਆ। ਤੂੰ ਐਵੇਂ ਨਹੀਂ ਵੇਚਣਾ, ਅਸੀਂ ਖੁਦ ਲਿਜਾਵਾਂਗੇ, ਅਸੀਂ ਰੱਖਾਂਗੇ, ਸਾਡਾ ਕਰਜ਼ਾ ਵੀ ਮੁਕਤ ਹੋ ਜਾਊਗਾ ਤੇ ਅਸੀਂ ਵੀ ਕੁਝ ਪੈਸੇ ਤੁਹਾਨੂੰ ਦੇ ਦਿਆਂਗੇ, ਜਿਹਦੇ ਨਾਲ ਤੂੰ ਨਰੰਗੇ ਨੰਦੜ ਦੇ ਪੈਸੇ ਵੀ ਲਾ ਸਕੇਗਾ।
इस समय गंगा सामने आके भंती नूं कहती है कि वह भी एक इंसान है, कि उस कोल इन्ना अधिकार नहीं कि वह अपनी मर्जी की थां उत्ते विक सके। ਉਹ ਉਸ ਨੂੰ ਰੋਂਦੀ ਹੋਈ ਤਰਲੇ ਨਾਲ ਕਹਿੰਦੀ ਹੈ ਕਿ ਉਹ ਉਸ ਦਾ ਇਹ ਅਧਿਕਾਰ ਨਾ ਖੋਵੇ, ਨਹੀਂ ਤਾਂ ਉਹ ਗੂੰਗਾ ਪੱਥਰ ਬਣ ਜਾਵੇਗੀ ਤੇ ਆਹਾਂ ਭਰਨ ਤੋਂ ਵੀ ਰਹਿ ਜਾਵੇਗੀ। ਇਹ ਕਹਿੰਦਿਆਂ ਉਹ ਢਹਿ ਪੈਂਦੀ ਹੈ ਤੇ ਪਸੀਜਿਆ ਹੋਇਆ ਭੰਤੀ ਉਸ ਨੂੰ ਪੁੱਛਦਾ ਹੈ ਕਿ ਉਹ ਕੀ ਚਾਹੁੰਦੀ ਹੈ। ਤਾਂ ਗੰਗਾ ਉਸ ਨੂੰ ਕਹਿੰਦੀ ਹੈ ਕਿ ਉਹ ਉਸ ਨੂੰ ਇਸ ਪਿੰਡ ਵਿੱਚੋਂ ਦੇਸ਼ ਨਿਕਾਲਾ ਨਾ ਦੇਵੇ। ਉਸ ਨੂੰ 1 ਸਾਲ ਹੋ ਗਿਆ ਇੱਥੇ ਰਹਿੰਦੀ ਨੂੰ, ਇੱਥੋਂ ਦਾ ਰੋਟੀ ਪਾਣੀ ਰਾਸ ਆਉਣ ਲੱਗ ਪਿਆ। ਅੰਦਰੋਂ ਉਹ ਆਪਣੇ ਆਪ ਨੂੰ ਗੁਰਾਂ ਦੀ ਬਾਣੀ ਦੇ ਨਾਲ ਜੋੜ ਰਹੀ ਹੈ। ਉਸਨੇ ਉਸ ਦੀ ਧੀ ਨੂੰ ਵੀ ਜਨਮ ਦਿੱਤਾ ਹੈ, ਇਸ ਕਰਕੇ ਉਸ ਦਾ ਵੀ ਇੱਥੇ ਪਿੰਡ ਉੱਤੇ ਕੋਈ ਨਾ ਕੋਈ ਹੱਕ ਹੈ। ਤਾਂ ਭੰਤੀ ਨੇ ਗੰਗਾ ਤੋਂ ਮਾਫੀ ਮੰਗਦਿਆਂ ਕਿਹਾ ਕਿ ਉਹ ਉਸ ਨੂੰ ਮਾਫ ਕਰੇ। ਉਹ ਉਸ ਨੂੰ ਨਹੀਂ ਰੱਖ ਸਕਿਆ ਕਿਉਂਕਿ ਉਸ ਨੂੰ ਖਰੀਦਣ ਤੋਂ ਪਹਿਲਾਂ ਉਹ ਆਪ ਹੀ ਵਿਕਿਆ ਹੋਇਆ ਸੀ। ਉਸਨੇ ਉਸ ਨੂੰ ਕਿਸੇ ਅੰਦਰਲੀ ਘਾਟ ਦੀ ਖਾਤਰ ਖਰੀਦਿਆ ਸੀ, ਪਰ ਬਾਹਰਲੇ ਪ੍ਰਭਾਵਾਂ ਦੇ ਦਬਾਅ ਕਾਰਨ ਉਸ ਨੂੰ ਵੇਚ ਰਿਹਾ। ਉਹ ਉਸ ਨੂੰ ਕਹਿੰਦਾ ਹੈ ਕਿ ਉਹ ਬਲਵੀਰੋ ਤੇ ਜੱਗੇ ਜੁਗਤੀ ਦੀ ਨੂੰਹ ਬਣ ਕੇ ਉਸ ਨਾਲ ਜਾਵੇ ਤੇ ਨਰੰਗੇ ਨਾਲ ਉਹ ਆਪੇ ਸਮਝ ਲਵੇਗਾ। ਤਾਂ ਭੰਤੀ ਰੋਕਣ ਦਾ ਯਤਨ ਕਰਦੀ ਹੈ। ਗੰਗਾ ਉਸ ਨੂੰ ਕਹਿੰਦੀ ਹੈ ਕਿ ਉਹ ਆਪਣੀ ਧੀ ਨੂੰ ਸਾਂਭੇ, ਉਸ ਨੂੰ ਪੜ੍ਹਾਵੇ। ਜੱਗਾ ਜੁਗਤੀ ਗੰਗਾ ਦੇ ਕਹਿਣ ਉੱਤੇ ਭੰਤੇ ਦੇ ਕਰਜ਼ੇ ਦਾ ਪਰਨੋਟ ਪਾੜ ਦਿੰਦਾ ਹੈ। ਅਗਲੇ ਦਿਨ ਬਲਵੀਰੋ ਇੱਕ ਟਰੰਕ ਵਿੱਚੋਂ ਕੁਝ ਨਵੇਂ ਕੱਪੜੇ ਤੇ ਗਹਿਣੇ ਕੱਢ ਕੇ ਰੱਖ ਰਹੀ ਹੈ। ਜੱਗਾ ਜੁਗਤੀ ਗੰਗਾ ਦਾ ਵਿਆਹ ਆਪਣੇ ਪੁੱਤਰ ਦਰਸ਼ਨ ਨਾਲ ਕਰਨ ਦੇ ਲਈ ਭਾਈ ਜੀ ਨਾਲ ਸਲਾਹ ਕਰਕੇ ਆਇਆ। ਮੁੰਡਿਓ ਕੁਝ ਚੀਜ਼ ਵਸਤ ਲੈਣ ਲਈ ਜਾਣ ਦੀ ਤਿਆਰੀ ਕਰਦਾ ਹੈ। ਇੰਨੇ ਨੂੰ ਅਰਜਨ ਔਂਦ ਇੱਕ ਫੌਜੀ ਹੈ, ਉਹ ਉੱਥੇ ਆ ਜਾਂਦਾ ਹੈ। ਉਹਦੀ ਪਤਨੀ ਮਰ ਚੁੱਕੀ ਹੈ, ਉਸ ਦੀ ਕੋਈ ਔਲਾਦ ਨਹੀਂ। ਉਸ ਨੂੰ ਇਹ ਡਰ ਹੈ ਕਿ ਜੇਕਰ ਉਹਦੀ ਕੋਈ ਔਲਾਦ ਹੀ ਨਹੀਂ ਤਾਂ ਉਹਦੇ ਭਤੀਜੇ ਦੇ ਨਾਮ ਉਹਦੀ ਜ਼ਮੀਨ ਆਪਣੇ ਆਪ ਚੜ੍ਹੇਗੀ। ਉਹ ਨਹੀਂ ਚਾਹੁੰਦਾ ਕਿ ਜ਼ਮੀਨ ਜਿਹੜੀ ਉਹਦੇ ਭਤੀਜਿਆਂ ਦੇ ਨਾਮ ਚੜ੍ਹੇ। ਉਹ ਵੀ ਦੂਜਾ ਵਿਆਹ ਕਰਾਉਣ ਦੀਆਂ ਸਲਾਹਾਂ ਕਰਦਾ ਹੈ। ਉਹਨਾਂ ਦੇ ਜਾਣ ਮਗਰੋਂ ਬਲਵੀਰੋ ਦਰਸ਼ਨ ਨੂੰ ਚਾਚੀ ਗੰਗਾ ਦੇ ਘਰ, ਉਹਨਾਂ ਦੇ ਜਾਣ ਮਗਰੋਂ ਦਰਸ਼ਨ ਆਉਂਦਾ ਹੈ ਤੇ ਬਲਵੀਰੋ ਨੂੰ ਚਾਚੀ ਗੰਗਾ ਦੇ ਘਰ ਆਪਣੇ ਘਰ ਆਉਣ ਬਾਰੇ ਪੁੱਛਦਾ ਹੈ। ਤਾਂ ਬਲਵੀਰੋ ਕਹਿੰਦੀ ਹੈ ਕਿ ਹੁਣ ਉਹਦੀ ਚਾਚੀ ਨਹੀਂ ਰਹੀ, ਉਹ ਉਹਦੀ ਬਹੂ ਹੈ। ਉਹ ਦੱਸਦੀ ਹੈ ਕਿ ਬੇਸ਼ੱਕ ਭੰਤੀ ਉਸ ਨੂੰ ਬਹੁਤ ਪਿਆਰ ਕਰਦਾ ਹੈ, ਪਰ ਭੁੱਖੀ ਮਰਦੀ ਉਹ ਕਰਦੀ ਵੀ ਕੀ, ਉਹ ਘਰ ਛੱਡ ਕੇ ਆਈ ਹੈ। ਉਸਨੇ ਦੱਸਿਆ ਕਿ ਉਹ ਉਸ ਦੀ ਬਹੂ ਬਣਨ ਦੀ ਤਿਆਰੀ ਕਰ ਰਹੀ ਹੈ। ਇੰਨੇ ਨੂੰ ਜੱਗਾ ਜੁਗਤੀ ਵੀ ਉੱਥੇ ਆ ਜਾਂਦਾ ਹੈ ਤੇ ਉਸ ਦੇ ਮੰਗਣ ਤੇ ਬਲਵੀਰੋ ਉਸ ਨੂੰ ਕੁਝ ਨੋਟ ਲਿਆ ਕੇ ਦਿੰਦੀ ਹੈ ਤੇ ਉਹ ਘਰੋਂ ਚਲਾ ਜਾਂਦਾ ਹੈ। ਉਸ ਦੇ ਜਾਣ ਮਗਰੋਂ ਬਲਵੀਰੋ ਗੰਗਾ ਨੂੰ ਹਾਰ ਸ਼ਿੰਗਾਰ ਕੇ ਬਾਹਰ ਲਿਆਉਂਦੀ ਹੈ ਤੇ ਉਹ ਉਸ ਨੂੰ ਦਰਸ਼ਨ ਕੋਲ ਛੱਡ ਕੇ ਆਪ ਕੰਮ ਧੰਦਾ ਕਰ ਲੈਂਦੀ ਹੈ। ਦਰਸ਼ਨ ਗੰਗਾ ਦੀ ਸੁੰਦਰਤਾ ਦੀ ਤਾਰੀਫ ਕਰਦਾ ਹੈ ਤੇ ਉਸ ਨੂੰ ਰੋਂਦੀ ਦੇਖ ਕੇ ਕਹਿੰਦਾ ਹੈ ਕਿ ਤੂੰ ਰੋਇਆ ਨਾ ਕਰ। ਗੰਗਾ ਉਸ ਨੂੰ ਕਹਿੰਦੀ ਹੈ ਕਿ ਉਸਦੇ ਹਾਸੇ ਉਸਦੇ ਪਿੰਡ ਖੇਤਾਂ ਵਿੱਚ ਹੀ ਰਹਿ ਗਏ ਸੀ, ਜਿੱਥੇ ਉਹ ਬੱਕਰੀਆਂ ਚਾਰਦੀ ਹੁੰਦੀ ਸੀ। ਉੱਥੇ ਜਮਨਾ ਨਾਂ ਦਾ ਇੱਕ ਮੁੰਡਾ ਸੀ ਜੋ ਉਸਦਾ ਮੰਗੇਤਰ ਸੀ। ਕਿੰਨੇ ਕਸ਼ਟਾਂ ਦੇ ਵਿੱਚ ਘਿਰੀ ਜ਼ਿੰਦਗੀ, ਕੀ ਰੋਲ ਅਦਾ ਕਰ ਰਹੀ ਗੰਗਾ। ਅਵਾਰਾ ਪਸ਼ੂਆਂ ਦੀ ਤਰ੍ਹਾਂ ਕਿੱਲੇ ਤੇ ਬੰਨ੍ਹ ਲੈਣਾ, ਜਦ ਜੀ ਕੀਤਾ ਡੰਡਾ ਮਾਰ ਕੇ ਘਰੋਂ ਭੇਜ ਦੇਣਾ, ਇੱਕ ਬੱਚਿਆਂ ਵਾਲੀ ਮਸ਼ੀਨ ਬਣਾ ਲੈਣਾ। ਔਰਤ ਦੀ ਸਥਿਤੀ 'ਚ ਇਸ ਤੋਂ ਇਲਾਵਾ ਕੁਛ ਨਹੀਂ ਜੋ ਗੰਗਾ ਹੰਢਾ ਰਹੀ ਸੀ।
ਤਾਂ ਉਸ ਨੂੰ ਪੁਰਾਣੀ ਜ਼ਿੰਦਗੀ ਦੇ ਬਾਰੇ ਦੱਸਦੇ ਕਿ ਉਹ ਬੰਸਰੀ ਬੜੀ ਸੋਹਣੀ ਵਜਾਉਂਦਾ ਸੀ। ਜਮਨਾ ਜੋ ਮੇਰਾ ਮੰਗੇਤਰ ਸੀ, ਉਹ ਬੰਸਰੀ ਬੜੀ ਸੋਹਣੀ ਵਜਾਉਂਦਾ ਸੀ। ਉਹ ਉਸ ਦੀ ਬੰਸਰੀ ਦੀ ਧੁਨ ਵਿੱਚ ਗਵਾਚ ਜਾਂਦੀ ਤੇ ਉਸ ਦੀਆਂ ਸਹੇਲੀਆਂ ਬੱਕਰੀਆਂ ਦੂਰ ਚਲੀਆਂ ਜਾਂਦੀਆਂ। ਜਦੋਂ ਬੰਸਰੀ ਬੰਦ ਹੋ ਜਾਂਦੀ ਤਾਂ ਉਸ ਦਾ ਜਮਨਾ ਉਸ ਦੇ ਸਾਹਮਣੇ ਹਾਸਾ ਖਿਲਾਰ ਰਿਹਾ ਹੁੰਦਾ ਸੀ। ਫਿਰ ਉਹ ਸੰਗ, ਖੁਸ਼ੀ ਤੇ ਮੁਹੱਬਤ ਵਿੱਚ ਕਮਲਾ ਹੋਇਆ ਉਸ ਦਾ ਵੀ ਹਾਸਾ ਨਿਕਲ ਜਾਂਦਾ ਤੇ ਉਹ ਹੱਸਦੀ ਹੱਸਦੀ ਦੌੜ ਕੇ ਆਪਣੀਆਂ ਸਹੇਲੀਆਂ ਨਾਲ ਰਲ ਜਾਂਦੀ। ਇੱਕ ਦਿਨ ਉਸ ਨੂੰ ਇਹ ਸੁਨੇਹਾ ਮਿਲਿਆ ਕਿ ਉਸ ਦੀ ਮਾਂ ਛੱਤ ਤੋਂ ਡਿੱਗ ਪਈ। ਉਹ ਘਰ ਚੱਲੇ। ਜਦੋਂ ਉਹ ਘਰ ਪਹੁੰਚੀ ਤਾਂ ਉੱਥੇ ਭੰਤੀ ਸਮੇਤ 3 ਉੱਪਰੇ ਜੇ ਬੰਦੇ ਪੰਜਾਬੀ ਡਰਾਈਵਰਾਂ ਵਰਗੇ ਬੈਠੇ ਸੀ। ਇਹ ਦੱਸਦਿਆਂ ਉਹ ਰੋਣ ਲੱਗ ਪੈਂਦੀ ਕਿ ਦਰਸ਼ਨ ਉਸ ਨਾਲ ਹਮਦਰਦੀ ਕਰਦਾ ਹੋਇਆ ਕਹਿੰਦਾ ਕਿ ਉਹ ਫਿਕਰ ਨਾ ਕਰੇ, ਉਹ ਉਸ ਨੂੰ ਉਸ ਦੇ ਦੇਸ਼ ਲੈ ਜਾਵੇਗਾ। ਉਸ ਦਾ ਗਵਾਚਿਆ ਹੋਇਆ ਹਾਸਾ ਉਸ ਨੂੰ ਵਾਪਸ ਦੇ ਦੇਵੇਗਾ। ਉਹ ਕਹਿੰਦਾ ਕਿ ਕੱਲ ਉਹਨਾਂ ਦਾ ਆਨੰਦ ਕਾਰਜ ਹੋਵੇਗਾ। ਕੁਝ ਸਮੇਂ ਮਗਰੋਂ ਚੜ੍ਹਦੇ ਚੇਤ ਮਹੀਨੇ ਵਿੱਚ ਬਲਵੀਰੋ ਦਰਸ਼ਨ ਨੂੰ ਆਪਣੇ ਨਾਲ ਬਾਬਾ ਬਲਾਂਕੀ ਨਾਥ ਦੇ ਡੇਰੇ ਚੱਲਣ ਲਈ ਕਹਿੰਦੀ ਹੈ, ਪਰ ਉਹ ਕਹਿੰਦਾ ਹੈ ਕਿ ਉਹ ਪਹਿਲਾਂ ਉਸ ਦਾ ਨਾਵਾ ਬੰਨੇ। ਤਾਂ ਬਲਵੀਰੋ ਕਹਿੰਦੀ ਹੈ ਕਿ ਅਜਿਹਾ ਕੰਮ ਆਪਣੀ ਬਹੂ ਤੋਂ ਕਰਵਾ ਲਿਆ ਕਰੇ। ਤਾਂ ਦਰਸ਼ਨ ਕਹਿੰਦਾ ਕਿ ਮੈਂ ਬਹੂ ਨੂੰ ਕਿਹਾ ਸੀ, ਬਹੂ ਕਹਿੰਦੀ ਆਪਣੀ ਮਾਂ ਤੋਂ ਹੀ ਕਰਵਾ ਲਿਆ ਕਰੇ, ਆਪ ਕਰ ਲਿਆ ਕਰੋ। ਬਲਵੀਰੋ ਨੂੰ ਦਰਸ਼ਨ ਗੰਗਾ ਦਾ ਬਹੁਤਾ ਹੀ ਹਮਦਰਦੀ ਬਣਿਆ ਦਿਸਦਾ ਸੀ। ਉਹ ਕਹਿੰਦਾ ਕਿ ਉਹ ਉਸ ਨੂੰ ਉਸ ਦੇ ਦੇਸ਼ ਵਿੱਚ ਉਹਨਾਂ ਦੇ ਖੇਤਾਂ ਵਿੱਚ ਲੈ ਕੇ ਜਾਵੇਗਾ ਜਿੱਥੇ ਉਸ ਦੇ ਹਾਸੇ ਗਵਾਚੇ ਹੋਏ ਨੇ। ਫਿਰ ਉਹ ਉਸ ਨੂੰ ਦੱਸਦਾ ਹੈ ਕਿ ਕਿਸ ਤਰ੍ਹਾਂ ਉੱਥੋਂ ਦੇ ਇੱਕ ਮੁੰਡੇ ਦੀ ਬੰਸਰੀ ਸੁਣ ਕੇ ਉਹ ਹੱਸਦੀ, ਸੰਗਦੀ ਤੇ ਕਮਲੀ ਹੋ ਜਾਂਦੀ। ਮੈਂ ਉਹੀ ਚੀਜ਼ਾਂ ਉਹਨੂੰ ਵਾਪਸ ਕਰਨੀਆਂ ਚਾਹੁੰਦਾ। ਵਾਕਈ ਨਾਵਲ ਦੇ ਪਾਤਰਾਂ ਤੋਂ ਦੇਖ ਕੇ ਲੱਗਦਾ ਕਿ ਜਿਹਨੂੰ ਨਾਵਲ ਦੇ ਵਿੱਚ ਸਿੱਧੜਾ ਦਿਖਾਇਆ ਗਿਆ ਹੈ, ਉਹ ਉਸ ਔਰਤ ਦੇ ਦਰਦ ਨੂੰ ਸਮਝ ਰਿਹਾ ਹੈ। ਜਿਹੜੇ ਪਾਤਰ ਸਮਝਦਾਰ ਦਿਖਾਏ ਗਏ ਹੈ, ਉਹ ਉਸ ਔਰਤ ਦੀ ਜ਼ਿੰਦਗੀ ਨਾਲ ਖਿਲਵਾੜ ਕਰ ਰਹੇ ਹੈ। ਇਹ ਸੁਣ ਕੇ ਬਲਬੀਰੋ ਗੰਗਾ ਨੂੰ ਡਾਂਟਦੀ ਹੈ ਕਿ ਉਹ ਆਪਣੇ ਦੇਸ਼ ਦੇ ਸੁਪਨੇ ਲੈਣਾ ਬੰਦ ਕਰ ਦੇਵੇ ਔਰ ਮੇਰੇ ਮੁੰਡੇ ਨੂੰ ਇਸ ਤਰ੍ਹਾਂ ਦੀਆਂ ਗੱਲਾਂ ਜਿਹੜੀਆਂ ਉਹ ਨਾ ਕਰਿਆ ਕਰੇ, ਨਹੀਂ ਤਾਂ ਫਿਰ ਉਹ ਉਹਦੇ ਨਾਲ ਬੁਰੀ ਤਰ੍ਹਾਂ ਪੇਸ਼ ਆਵੇਗੀ। ਦਰਸ਼ਨ ਉਸ ਨੂੰ ਗੰਗਾ ਨਾਲ ਖਰਬਾ ਬੋਲਣ ਤੇ ਰੋਕਦਾ ਹੈ, ਪਰ ਬਲਬੀਰੋ ਉਸ ਨੂੰ ਵੀ ਦਬਕਾਉਂਦੀ ਹੈ ਕਿ ਤੂੰ ਚੁੱਪ ਕਰ, ਤੇਰਾ ਕੋਈ ਰੋਲ ਨਹੀਂ ਸਾਡੇ ਸੱਸ ਨੂੰਹਾਂ ਦੀ ਗੱਲ ਦੇ ਵਿੱਚ ਬੋਲਣ ਦਾ। ਤੇ ਗੰਗਾ ਨੂੰ ਮੁੜ ਤਾੜਨਾ ਸ਼ੁਰੂ ਕਰ ਦਿੰਦੀ ਹੈ। ਉਹਨਾਂ ਦੇ ਜਾਣ ਮਗਰੋਂ ਜੱਗਾ ਜੁਗਤੀ ਇਹ ਦੇਖ ਕੇ ਕੋਈ ਨੇੜੇ ਤੇੜੇ ਨਹੀਂ ਗੰਗਾ ਨੂੰ ਉਸ ਦੀ ਉਦਾਸੀ ਦਾ ਕਾਰਨ ਪੁੱਛਦਾ ਹੈ। ਜੱਗਾ ਜੁਗਤੀ ਜੋ ਹੈ ਉਹ ਦਰਸ਼ਨ ਦਾ ਪਿਤਾ ਹੈ ਤੇ ਬਲਬੀਰੋ ਦਾ ਪਤੀ ਹੈ। ਇੰਨਾ ਨਾਰਾਜ਼ਗੀ ਦੇ ਨਾਲ, ਇੰਨਾ ਉਦਾਸੀ ਦੇ ਨਾਲ ਕਿਉਂ ਰਹਿਣੇ ਕੀ? ਤਾਂ ਗੰਗਾ ਦੁਆਰਾ ਬੜੀ ਹਮਦਰਦੀ ਜਿਹੜਾ ਹੈ ਜ਼ਾਹਿਰ ਕਰਦਾ। ਗੰਗਾ ਦੁਆਰਾ ਚਾਹ ਪੁੱਛਣ ਤੇ ਉਹ ਉਸ ਨੂੰ ਕਾੜ੍ਹਨੀ ਦਾ ਦੁੱਧ ਮੰਗਦਾ। ਜਦੋਂ ਉਹ ਉਸ ਨੂੰ ਦੁੱਧ ਫੜਾਉਂਦੀ ਹੈ ਤਾਂ ਉਹ ਉਹਦੀਆਂ ਉਂਗਲਾਂ ਦਬਾ ਲੈਂਦਾ ਹੈ। ਸੁੰਦਰਤਾ ਤੇ ਆਪਣੀ ਹਵਸ਼ ਦੇ ਵਿੱਚੋਂ ਇਹ ਰਿਸ਼ਤੇ ਸਭ ਤੋੜ ਦਿੰਦਾ ਕਿ ਮੇਰੀ ਇੱਕ ਨੂੰਹ ਹੈ, ਮੇਰੀ ਇੱਕ ਧੀ ਦੀ ਨਿਆਈ ਹੈ। ਸਿਰਫ ਦਿਮਾਗ ਦੇ ਵਿੱਚ ਇੱਕੋ ਹੀ ਗੱਲ ਕਿ ਮੁੱਲ ਦੀ ਤੀਵੀਂ ਹੈ, ਸ਼ਾਇਦ ਇਸੇ ਤਰ੍ਹਾਂ ਹੀ ਹੋਵੇਗੀ। ਪਰੰਤੂ ਅਸਲ ਜ਼ਿੰਦਗੀ ਜੋ ਗੰਗਾ ਦੀ ਹੈ ਉਹ ਗੰਗਾ ਹੀ ਜਾਣਦੀ ਸੀ। ਤੇ ਗੰਗਾ ਫੁਰਤੀ ਨਾਲ ਆਪਣਾ ਹੱਥ ਪਿੱਛੇ ਖਿੱਚ ਲੈਂਦੀ ਹੈ, ਪਰ ਉਹ ਉਸ ਨੂੰ ਉਸ ਦੀ ਬਦਨੀਅਤ ਦੀ ਥਾਂ ਸੁਭਾਵਿਕ ਹੋਈ ਗਲਤੀ ਸਮਝ ਲੈਂਦੀ ਹੈ ਕਿ ਨਹੀਂ, ਵੈਸੇ ਹੀ ਉਹ ਤੋਂ ਉਂਗਲਾਂ ਜਿਹੜੀਆਂ ਨੇ ਉਹ ਫੜੀਆਂ ਗਈਆਂ ਹੋਣੀਆਂ। ਤਾਂ ਜੱਗਾ ਜੁਗਤੀ ਉਸ ਨੂੰ ਦੁਬਾਰਾ ਬੁਲਾਉਣ ਖਾਤਰ ਦੁੱਧ ਠੰਡਾ ਹੋ ਗਿਆ। ਜਦ ਦੁੱਧ ਠੰਡਾ ਕਰਨ ਦੀ ਖਾਤਰ ਇੱਕ ਗਲਾਸੀ ਹੋਰ ਮੰਗਵਾਉਂਦਾ ਹੈ। ਜਦੋਂ ਉਹ ਉਸ ਨੂੰ ਗਲਾਸੀ ਫੜਾ ਕੇ ਮੁੜਦੀ ਹੈ ਤਾਂ ਥੋੜ੍ਹੀ ਜਿਹੀ ਚੀਨੀ ਮੰਗ ਲੈਂਦਾ ਹੈ। ਜਦੋਂ ਉਹ ਕੌਲੀ ਵਿੱਚ ਚੀਨੀ ਲਿਆ ਕੇ ਗਲਾਸ ਵਿੱਚ ਕੀਰਦੀ ਹੈ ਤਾਂ ਉਸ ਦੀ ਬਦਨੀਅਤ ਤੋਂ ਬਿਲਕੁਲ ਸਪਸ਼ਟ ਹੋ ਜਾਂਦਾ ਹੈ ਕਿ ਉਹ ਉਹਦੇ ਨਾਲ ਚਾਲਬਾਜ਼ੀਆਂ ਖੇਡ ਰਿਹਾ ਹੈ। ਉਹ ਚਾਲਬਾਜ਼ੀਆਂ ਨਾਲ ਉਸ ਨੂੰ ਕਹਿੰਦਾ ਕਿ ਉਹ ਉਸ ਦੇ ਮਾਪਿਆਂ ਤੇ ਰਿਸ਼ਤੇਦਾਰ ਸਭ ਨੂੰ ਆਪਣੇ ਬਣਾ ਲਊਗਾ, ਸਭ ਨਾਲ ਮਿਲੂ ਵਰਤੂਗਾ।
ये गल सुन के उस गंगा का विश्वास जित लेंदा है, क्योंकि गंगा दा एक असल जिंदगी तो विछड़ जाना, फिर दर दर दियां ठोकरां खाना, हफ्श का शिकार होना, हर एक दा माड़ी निगाह नाल तकना, गंदगी दे विच लीन रहना। तो जद उहदे परिवार बारे गल हुंदी है कि तैनूं तेरे परिवार नाल मिलाया जाऊगा, तो ओह जग्गा जुगती गंगा का विश्वास जित लैंदा है। फिर जदों उसके पैर छूहण लगदी है तो वह एकदम पिछे हटदा होया कहता है कि वह पुराने जमाने दी तीवियां वांग इस तरह ना करे, सगों नवे जमाने के तरीके सीखे। उसते जाण मगरों गंगा उसनूं सब कुछ चंगा चंगा लगता है, चाई चाही वो इधर उधर दी चीज़ां चुक के रखण लग जाती है। इन्ने नूं जमना उसके सामने आ जाता है तो हैरानी दे विच पै जाती है। जमना दसदा है कि उसनूं ढूंढदा इत्थे पहुंचा है तो उसनूं दुध पीण दे लई कहती है। गंगा उसनूं कहती है कि जेकर तैनूं कोई इत्थे पुछे तो तैने कहना है कि मैं काम की भाल के लिए इत्थे आया हाँ, मैनूं इत्थे जिहड़ा है सीकारी नौकर के तौर पर तुसीं मैनूं घर दे विच रख सकते हो, इस तरह मैं यूपी का भईया हाँ, इस तरह कहना है। जमुना कहती है कि वह उन्होंने घर काम ते ही लवा देगी, तो गंगा ने कहा कि उसका सहुरा आवेगा, वो गल कर लूगी, पर वह उसनूं कहे कि छोटी बीजी ने तो उसकी गल ही नहीं सी। उसके जाण मगरों गंगा का तन मन खिड़ जाता है, क्योंकि वो खुशियां जिहड़ियां एकदम बुझ गई सी, जो कदे ना सोचा वो होना सी, वो दोबारा उसकी जिंदगी च आया तो खुशी खुशी घर के काम भी वो निबेड़ देंदी। बलवीरों नूं भी जिहड़ा उहदा सुभाअ सी वो बदलिया होया लगन लगा। बलवीरों भी उसनूं शक की निगाह नाल देखण लगी कि शायद दाल दे विच कुछ काला है। तो जग्गा जुगती गंगा उस नाल ते बलवीरों नाल नौकर बारे गल्लां करदी है। इन्हां नूं जमना आ जांदा है। गंगा नाल बनाई हुई स्कीम अनुसार वह अपनी जानकारी दिंदा है ते जग्गा जुगती उसनूं अपने कोल नौकर रख लैंदा है ते उसका नाम लल्लू प्रसाद रख लैंदा है। सॉरी, जमना है जिहड़ा वो अपना नाम लल्लू प्रसाद दसदा है। कुछ महीनों मगरों गंगा ते जमना एक दूजे नाल प्यार के कोमल अनुभवों बारे गल्लां करदे। इन्ने नूं बाहरों जग्गा जुगती आ जांदा है। थोड़ी जी शराब पीती हुंदी है तो जमना नूं देख के खेतां नूं जाण दे लई कहंदा है ते नाल ही कहंदा है कि पिछलियां सवातां च मैं बेमतलबा ना आया कर, क्योंकि वह जनानी वाला पास है। जमना दे जाण मगरों गंगा तो पानी का खाली गिलास मंगदा। जदों वह पानी की गड़बी दे कंच का गिलास लैके आउंदी है तो उस वल कनुखा जिहा झाकदा ते उहदे अंदर बदनीयत सिर चुकती है। वह डब चों झटके नाल बोतल कढ़दा है तां जो गंगा नूं उसकी नीयत का पता लग जाए तो वह थोड़ा तृपकदी जरूर है, परंतु उसकी बदनीयत का एहसास नहीं हुंदा। वह उत्थे बैठ के शराब पींदा है ते दर्शन नूं 10 रुपए दे के बाहर भेज दिंदा है तां जो बाद दे विच कोई अजिही हरकत कर सके। जो दर्शन बाहर चला जाता है तो गंगा उसनूं अचार देण आउंदी है तो उसकी कलाई फड़न का यतन करता है, परंतु कौली काली काली नाल सुट के चली जाती है। उसनूं उसकी नीयत ते शक ही नहीं हुंदा, बल्कि पक्का यकीन ही हो जाता है कि ये मेरा जिहड़ा है ये मेरे नाल गलत सोच रखता है। गंगा इस समय बसंत कौर वाल उसनूं गुटका देण चली जाती है तो इन्ने नूं एक अर्जन फौजी जिहदी पहलां गल चली सी वो आ जाता है। अर्जन ये जान के बड़ा खुश होंदा है कि गंगा ने गुरमुखी के अक्षर पढ़ने ने ते पाठ करना सीख लिया, गुरुद्वारे भी जाती है। वो दसदा है कि उसकी नज़र तो ठीक बन गई तो वह जग्गे जुगती का धन्यवाद भी करता है जिसने उसका ऑपरेशन कराउणा ते जमीन जायदाद अलग करने में मदद की। तो जग्गे जुगती के पुछण ते उसने दस्सिया कि उसके भतीजे उसके मरण मगरों उसकी जमीन पर कब्जा करना चाहते हैं, परंतु अर्जन अजिहा नहीं करना चाहता, अजिहा नहीं होण देना चाहता। इस करके कोई तीवी का इंतजाम करे। तो उसने कहा कि भी कोई गल है, तीवी वाली तो आप ले आवांगे, तू 20,000 रुपया तैयार रख, आप परसों ही बंगाल ते बिहार के राह पै जाने ते तीवी लै आने। अर्जन के जान मगरों जग्गा जुगती होर पींदा है तो उधरों गंगा आ जाती है।
ਉਸ ਨੂੰ ਦੇਖ ਕੇ ਖੰਗੂਰਾ ਮਾਰਦਾ ਹੈ ਤੇ ਉਹ ਡਰੀ ਹੋਈ ਕਾਲੀ ਕਾਲੀ ਸੁਭਾਅ ਦੇ ਵਿੱਚ ਚਲੀ ਜਾਂਦੀ ਹੈ। ਜੱਗਾ ਜੁਗਤੀ ਅੰਨ੍ਹੇਵਾਹ ਇੱਕ ਹੋਰ ਪੈਗ ਪਾ ਕੇ ਕਾਮ ਦੇ ਵਿੱਚ ਅੰਨਾ ਹੋਇਆ ਲੜਖੜਾਉਂਦਾ ਗੰਗਾ ਵਾਲੀ ਸੁਭਾਅ 'ਚ ਚਲਾ ਜਾਂਦਾ। ਥੋੜ੍ਹੇ ਚਿਰ ਪਿੱਛੋਂ ਅੰਦਰ ਇਸ ਤਰ੍ਹਾਂ ਦਾ ਖੜਾਕ ਹੁੰਦਾ ਜਿਵੇਂ ਕੋਈ ਭਾਰੀ ਚੀਜ਼ ਡਿੱਗੀ ਹੋਵੇ ਤੇ ਚੀਕ ਮਾਰ ਕੇ ਗੰਗਾ ਬਾਹਰ ਦੌੜਦੀ ਹੈ ਤੇ ਸਾਹਮਣੇ ਉਸ ਨੂੰ ਜਮਣਾ ਦਿਖਾਈ ਦਿੰਦਾ ਹੈ। ਉਹ ਜਮਣਾ ਨੂੰ ਪੁਕਾਰਦੀ ਹੈ ਤੇ ਜੱਗਾ ਜੁਗਤੀ ਵੀ ਅੰਦਰੋਂ ਉਹਦੀ ਚੁੰਨੀ ਫੜੀ ਬਾਹਰ ਨਿਕਲਦਾ ਹੈ, ਜਿਸ ਨਾਲ ਉਹ ਲੜਖੜਾ ਕੇ ਡਿੱਗ ਪੈਂਦਾ ਹੈ। ਗੰਗਾ ਉਸ ਨੂੰ ਸੰਭਾਲਣ ਲੱਗਦੀ ਹੈ ਤੇ ਸਾਹ ਸਤਹੀਣ ਹੋ ਜਾਂਦੀ ਹੈ। ਇੰਨੇ ਨੂੰ ਜਿਹੜਾ ਜਮਣਾ ਹੈ ਉਹ ਦਮ ਤੋੜ ਜਾਂਦਾ ਹੈ। ਇਸ ਪਿੱਛੋਂ ਜੱਗਾ ਜੁਗਤੀ ਗੰਗਾ ਨੂੰ ਅਰਜਨ ਸਿੰਘ ਫੌਜੀ ਕੋਲ ਵੇਚ ਦਿੰਦਾ ਹੈ। ਦਰਸ਼ਨ ਦੀ ਬਹੂ ਜੱਗੇ ਜੁਗਤੀ ਦੀ ਨੂੰਹ, ਪਰੰਤੂ ਜੱਗਾ ਜੁਗਤੀ ਪੈਸਿਆਂ ਦੇ ਲਾਲਚ ਆ ਕੇ ਅਰਜਨ ਫੌਜੀ ਦੇ ਕੋਲ ਉਹਨੂੰ ਵੇਚ ਦਿੰਦਾ ਹੈ, ਕਿਉਂਕਿ ਉਹ ਚਾਹੁੰਦਾ ਸੀ ਕਿ ਉਹਦੇ ਘਰ ਵਿੱਚ ਕੋਈ ਪੁੱਤਰ ਹੋਵੇ ਤੇ ਉਸਦੇ ਭਤੀਜੇ ਉਸ ਦੀ ਜਾਇਦਾਦ ਉੱਤੇ ਕਬਜ਼ਾ ਨਾ ਕਰਨ। ਜਦੋਂ ਅਰਜਨ ਉਸਨੇ ਕਿਹਾ ਕਿ ਉਹ ਉਸਦੇ ਇੱਕ ਪੁੱਤਰ ਦੇ ਕੇ ਅਰਥਾਤ ਉਸ ਦੀ ਦੁਨੀਆ ਵਿੱਚ ਉਸ ਦਾ ਦੀਵਾ ਜਗਦਾ ਕਰ ਦੇ, ਬੇਸ਼ੱਕ ਬਾਅਦ ਦੇ ਵਿੱਚ ਉਹ ਜਿੱਥੇ ਕਹੇ ਉੱਥੇ ਚਲੀ ਜਾਵੇ, ਪਰੰਤੂ ਉਹ ਉਸ ਨੂੰ ਪਲਟ ਕੇ ਕਹਿੰਦੀ ਹੈ ਕਿ ਉਹ ਉਸ ਨੂੰ ਕਿਤੇ ਛੱਡ ਕੇ ਨਹੀਂ ਜਾਵੇਗੀ। ਉਸ ਨਾਲ ਇਸ ਤਰ੍ਹਾਂ ਨਾਲ ਹੁਣ ਜਨਮਾਂਤਰਾਂ ਦਾ ਸੰਬੰਧ ਹੈ। ਦੀਵਾ ਹੁਣ ਕੇਵਲ ਉਸ ਦਾ ਨਹੀਂ ਸਗੋਂ ਉਸ ਦਾ ਵੀ ਬਲੇਗਾ। ਇਹ ਸੁਣ ਕੇ ਅਰਜਨ ਨੂੰ ਹਰਬੰਸ ਕੋਲ ਬਹੁਤ ਬਦਲੀ ਦਿਸੀ। ਹੁਣ ਉਹ ਭੰਤੀ ਤੇ ਦਰਸ਼ਨ ਦੇ ਘਰ ਵਾਲੀ ਹਰਬੰਸ ਕੌਰ ਨਹੀਂ ਸੀ, ਸਗੋਂ ਹਰ ਰੋਜ਼ ਚੰਡੀ ਦੀ ਵਾਰ ਦਾ ਪਾਠ ਕਰਦੀ ਸੀ, ਜਿਵੇਂ ਪੇਟ ਵਿੱਚ ਜਗਦੇ ਦੀਵੇ ਨੂੰ ਆਉਂਦੇ ਤੂਫਾਨਾਂ ਤੋਂ ਬਚਾਉਣ ਲਈ ਸ਼ਕਤੀ ਇਕੱਤਰ ਕਰ ਰਹੀ ਹੋਵੇ। ਇੱਕ ਦਿਨ ਗੁਆਂਢੋਂ ਅਰਜਨ ਦੇ ਭਤੀਜੇ ਸਰਦਾਰਾ ਤੇ ਕਰਤਾਰਾ, ਇਹਨਾਂ ਭਤੀਜਿਆਂ ਦੇ ਡਰ ਤੋਂ ਹੀ ਅਰਜਨ ਫੌਜੀ ਤੀਵੀਂ ਲਿਆਉਣ ਦੇ ਲਈ ਉਤਸੁਕ ਸੀ। ਤਾਂ ਸਰਦਾਰਾ ਤੇ ਕਰਤਾਰਾ ਗੰਡਾਸੇ ਲੈ ਕੇ ਲਲਕਾਰੇ ਮਾਰਦੇ ਹੋਏ ਹਰਬੰਸ ਕੌਰ, ਜਿਹਦਾ ਨਾਮ ਗੰਗਾ ਸੀ, ਉਹੀ ਔਰਤ ਹੈ, ਹਰਬੰਸ ਕੌਰ ਤੇ ਉਸ ਦੇ ਬੱਚੇ ਨੂੰ ਖਤਮ ਕਰਨ ਦੇ ਲਈ ਭੱਜੇ ਆਏ। ਤਾਂ ਸਰਦਾਰੇ ਨੇ ਮੂਹਰੇ ਆਏ ਅਰਜਨ ਨੂੰ ਧੱਕਾ ਦੇ ਕੇ ਪਰਾਂ ਭਗਾ ਮਾਰਿਆ। ਇਸ ਤੋਂ ਪਹਿਲਾਂ ਉਹ ਹਰਬੰਸ ਕੌਰ ਉੱਤੇ ਵਾਰ ਕਰਦਾ, ਠਾਹ ਕਰਦੀ ਇੱਕ ਗੋਲੀ ਉਸਦੇ ਹਿੱਕ 'ਚ ਵੱਜੀ। ਉਸ ਨੂੰ ਭੁਆਟਣੀ ਖਾ ਕੇ ਡਿੱਗਦੇ ਨੂੰ ਕਰਤਾਰਾ ਸੰਭਾਲਣ ਲੱਗ ਗਿਆ ਤੇ ਆਪਣੇ ਮੋਢਿਆਂ ਦਾ ਸਹਾਰਾ ਦੇ ਕੇ ਆਪਣੇ ਘਰ ਲਿਜਾਣ ਲੱਗਾ। ਅਰਜਨ ਨੂੰ ਨਹੀਂ ਪਤਾ ਲੱਗਾ ਕਿ ਇਹ ਗੋਲੀ ਕਿੱਧਰੋਂ ਆਈ ਆ। ਤਾਂ ਇਹਨੇ ਨੂੰ ਚੰਡੀ ਦਾ ਰੂਪ ਧਾਰੀ, ਹੱਥਾਂ ਵਿੱਚ ਇੱਕ ਬੰਦੂਕ ਸਿੰਨੀ ਹਰਬੰਸ ਕੌਰ ਬਾਹਰ ਆਈ। ਤਾਂ ਕਰਤਾਰਾ ਦੰਦ ਕਚੀਰਦਾ ਹੋਇਆ ਕਹਿਣ ਲੱਗਾ ਕਿ ਇਸ ਕੰਜਰ ਦੀ ਬਿਹਾਰਨ ਨੇ ਘਰ ਹੀ ਉਜਾੜਤਾ। ਪਰ ਇੰਨੇ ਵਿੱਚ ਹਰਬੰਸ ਕੌਰ ਨੇ ਉਸ ਨੂੰ ਵੀ ਪਾਰ ਬੁਲਾ ਦਿੱਤਾ। ਹੁਣ ਇਸ ਕਤਲ ਸੰਬੰਧੀ ਮੁਕੱਦਮੇ ਵਿੱਚ ਹਰਬੰਸ ਕੌਰ ਜੇਲ੍ਹ ਵਿੱਚ ਸੀ। ਇਹ ਉਹ ਔਰਤ ਦੀ ਸਥਿਤੀ ਪ੍ਰੋਫੈਸਰ ਅਜਮੇਰ ਸਿੰਘ ਔਲਖ ਜੀਆਂ ਦੀ ਰਚਨਾ।